ਵੱਡੇ ਇਨੀਸ਼ੀਏਟਿਵ ਦੇ ਬ੍ਰਾਂਡ ਐਂਬੈਸਡਰ ਬਣੇ ਹੋ। ਇਹ ਇਨੀਸ਼ੀਏਟਿਵ ਹੈ ਜੋ ਕਿ ਸ਼ਾਇਦ ਅਜੋਕੇ ਸਮੇਂ ਦੀ ਸਭ ਤੋਂ ਵੱਡੀ ਜਿਹੜੀ ਕਹਿੰਦੀ ਡਿਮਾਂਡ ਹੈ। ਬਿਲਕੁਲ ਜੀ, ਅਗਰ ਇਹਨੂੰ ਇੱਕੋ ਲਾਈਨ 'ਚ ਕਹਿਣਾ ਹੋਵੇ ਤਾਂ ਨੀਡ ਆਫ ਦਾ ਆਰ। ਜੇ ਅਸੀਂ ਅੱਜ ਅਵੇਅਰ ਨਹੀਂ ਹੋਵਾਂਗੇ ਨਾ ਤਾਂ ਸਾਡਾ ਕੱਲ੍ਹ ਜਿਹੜਾ ਬਹੁਤ ਖਰਾਬ ਹੈ। ਕਿਉਂਕਿ ਜਿੱਦਾਂ ਸਰ ਨੇ ਮਾਨਯੋਗ, ਮੈਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਨਾ ਚਾਹਾਂਗਾ DGP ਸਾਹਿਬ ਦਾ। ਇੰਨਾ ਗ੍ਰੇਟ ਇਨੀਸ਼ੀਏਟਿਵ ਲੈਣਾ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ ਔਰ ਉਹਨੂੰ ਇੱਕ ਮਿਸ਼ਨ ਬਣਾ ਕੇ ਪੂਰੇ ਪੈਨ ਇੰਡੀਆ ਦੇ ਵਿੱਚ ਉਹਨੂੰ ਫੈਲਾ ਦੇਣਾ ਇੱਕ ਡ੍ਰੀਮ ਕਮ ਟਰੂ ਵਾਲੀ ਗੱਲ। ਉਹਨਾਂ ਨੇ ਛੋਟਾ ਜਿਹਾ ਇੱਕ ਡ੍ਰੀਮ ਲਿਆ ਹੋਣਾ ਤੇ ਅੱਜ ਪੈਨ ਇੰਡੀਆ ਦੇ ਵਿੱਚ ਉਹਨੂੰ ਐਕਸਪੈਂਡ ਕਰਕੇ ਦੇਖ ਰਹੇ ਨੇ। ਇਹ ਦੇਖੋ, ਇੱਕ ਪੁਲਿਸ ਦਾ ਕੰਮ ਸਿਰਫ ਇਹ ਨਹੀਂ ਹੁੰਦਾ ਕਿ ਕੋਈ ਸ਼ਿਕਾਇਤ ਆਈ ਲੜਾਈ ਝਗੜੇ ਦੀ ਤੁਸੀਂ ਉਹਨਾਂ ਦਾ ਨਿਪਟਾਰਾ ਥਾਣੇ ਲੈਵਲ ਤੇ ਕਰਤਾ। ਤੁਸੀਂ ਸੁਸਾਇਟੀ ਲਈ ਅਵੇਅਰ ਕਿੰਨੇ ਹੋ, ਸੁਸਾਇਟੀ ਲਈ ਆਨਸਰੇਬਲ ਕਿੰਨੇ ਹੋ, ਦੈਟ ਇਜ਼ ਯੋਰ ਮੋਰਲ ਡਿਊਟੀ। ਜਦੋਂ ਪੁਲਿਸ ਮੋਰਲ ਪੁਲਿਸਿੰਗ ਤੇ ਆ ਜਾਂਦੀ ਹੈ ਨਾ, ਸਮਝੋ ਉਹ ਬੈਸਟ ਪਰਫਾਰਮ ਕਰ ਰਹੀ ਹੈ ਆਪਣਾ। ਸੋ ਇਹ ਮੋਰਲ ਪੁਲਿਸਿੰਗ ਹੋ ਰਹੀ ਹੈ ਔਰ ਅੱਜ ਲੋਕਾਂ ਨੂੰ ਸਾਈਬਰ ਕ੍ਰਾਈਮ ਦੇ ਅਗੇਂਸਟ ਅਗਰ ਨਹੀਂ ਖੜਾ ਕਰਨਗੇ, ਅਗਰ ਅਸੀਂ ਲੋਕਾਂ ਨੂੰ ਅਵੇਅਰ ਨਹੀਂ ਕਰਾਂਗੇ ਤੇ ਜਿੱਦਾਂ ਇਹਨਾਂ ਨੇ ਆਪਣੇ ਲੈਕਚਰ 'ਚ ਉਹਨੇ ਦੱਸਿਆ ਸੀ ਕਿ ਸਭ ਤੋਂ ਜ਼ਿਆਦਾ ਖਤਰਨਾਕ ਹੈ ਸਾਈਬਰ ਅਟੈਕ। ਔਰ ਇਹ ਛੋਟੇ ਛੋਟੇ ਅਟੈਕ ਸਾਡੇ ਅਕਾਊਂਟਸ 'ਤੇ ਅੱਜ ਹੋ ਰਹੇ ਨੇ, ਕੱਲ੍ਹ ਨੂੰ ਇਹ ਵੱਡੇ ਪੱਧਰ 'ਤੇ ਸਾਡੇ ਘਰਾਂ 'ਚ ਸਾਡੀ ਪੂਰੀ ਕਮਿਊਨਿਟੀ 'ਤੇ ਹੋਣਗੇ ਔਰ ਇਹ ਸਾਰੇ ਦੇਸ਼ ਲਈ, ਸਾਡੀ ਪੂਰੀ ਸੁਸਾਇਟੀ ਲਈ ਕੱਲ੍ਹ ਨੂੰ ਖਤਰਾ ਬਣਨ ਵਾਲੇ ਨੇ। ਸੋ ਮੇਰੇ ਖਿਆਲ ਨਾਲ ਇਸ ਇਨੀਸ਼ੀਏਟਿਵ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਔਰ ਇਹਦਾ ਸਾਥੀ ਬਣ ਕੇ ਪੂਰੇ ਦੇਸ਼ ਨੂੰ ਇਹਦੇ ਲਈ ਅਵੇਅਰ ਕਰਨਾ ਚਾਹੀਦਾ। ਕਿਉਂਕਿ ਸਾਹਿਬ ਬਾਲੀਵੁੱਡ ਦੇ ਵਿੱਚ ਤਾਂ ਫਿਲਮ ਬਣ ਗਈ ਜਮਤਾਰਾ, ਪਰ ਪੰਜਾਬੀ ਮਿਊਜ਼ਿਕ ਇੰਡਸਟਰੀ, ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਇਸ ਨੂੰ ਲੈ ਕੇ ਹਾਲੇ ਤੱਕ ਕੋਈ ਫਿਲਮ ਨਹੀਂ ਬਣੀ। ਹਾਲਾਂਕਿ ਪੁਲਿਸ ਤਾਂ ਕਦਮ ਚੱਕ ਰਹੀ ਹੈ, ਪਰ ਲੱਗਦਾ ਨਹੀਂ ਕਿ ਪੰਜਾਬੀ ਫਿਲਮ ਇੰਡਸਟਰੀ ਨੂੰ ਵੀ ਇਸ 'ਤੇ ਕੋਈ ਅਜਿਹਾ ਕਦਮ ਚੱਕਣਾ ਚਾਹੀਦਾ, ਕਿਉਂਕਿ ਯੂਥ ਤੁਹਾਡੇ ਵਰਗੇ ਐਕਟਰਸ ਨੂੰ ਜਿਹੜਾ ਬਹੁਤ ਜ਼ਿਆਦਾ ਫੋਲੋ ਕਰਦਾ। ਹੋਰ ਕੋਈ ਐਕਟਰ ਹੋਵੇ ਨਾ ਹੋਵੇ, ਤੁਹਾਡੇ ਵਰਗੇ ਐਕਟਰਸ ਨੂੰ ਜ਼ਰੂਰ ਫਿਲਮ 'ਚ ਦੇਖਣ ਜਾਂਦਾ। ਹਾਂ, ਦੇਖੋ ਜੀ, ਸਿਰਫ ਫਿਲਮ ਬਣਾਉਣਾ ਸਭ ਤੋਂ ਵੱਡੀ ਗੱਲ ਨਹੀਂ ਹੁੰਦੀ। ਦੇਖੋ, ਇਹੋ ਜਿਹੇ ਮਿਸ਼ਨ ਦੇ ਨਾਲ ਜੁੜਨਾ, ਮੈਂ ਅੱਜ ਪੰਜਾਬੀ ਫਿਲਮ ਇੰਡਸਟਰੀ ਤੋਂ ਹਾਂ, ਜੇ ਮੈਂ ਅੱਜ ਇਸ ਮਿਸ਼ਨ ਨਾਲ ਜੁੜਿਆ ਤਾਂ ਸਮਝੋ ਪੰਜਾਬੀ ਫਿਲਮ ਇੰਡਸਟਰੀ ਦਾ ਕੰਟਰੀਬਿਊਸ਼ਨ ਹੀ ਹੈ। ਅਸੀਂ ਇਹੀ ਦੱਸਣ ਆਏ ਹਾਂ ਕਿ ਅਸੀਂ ਵੀ ਤੁਹਾਡੇ ਨਾਲ ਖੜੇ ਹਾਂ। ਕੱਲ੍ਹ ਨੂੰ ਇਸ ਤਰ੍ਹਾਂ ਦਾ ਅੱਛਾ ਸਬਜੈਕਟ ਅਗਰ ਕੋਈ ਲੈ ਕੇ ਆਉਂਦਾ ਸਾਡੇ ਕੋਲ, ਡੈਫੀਨੇਟਲੀ ਸਭ ਤੋਂ ਪਹਿਲਾਂ ਤਾਂ ਮੈਂ ਹੀ ਇਹਦੇ 'ਤੇ ਫਿਲਮ ਬਣਾਉਣਾ ਚਾਹਾਂਗਾ। ਮੈਂ ਤਾਂ ਇਨਵਾਈਟ ਕਰਦਾ, ਅਗਰ ਕਿਸੇ ਕੋਲ ਕੋਈ ਅੱਛਾ ਸਬਜੈਕਟ ਹੋਵੇ ਪੰਜਾਬੀ 'ਚ ਅਸੀਂ ਉਹਨੂੰ ਬਣਾ ਸਕੀਏ ਤਾਂ ਮੇਰੇ ਲਈ ਬਹੁਤ ਫਖਰ ਵਾਲੀ ਗੱਲ ਹੋਏਗੀ। ਔਰ ਫਿਰ ਕਹਾਂਗਾ ਕਿ ਨੀਡ ਆਫ ਦਾ ਆਰ। ਕੋਈ ਐਸਾ ਰੀਜ਼ਨ ਜਿਸ ਦੇ ਕਰਕੇ ਤੁਸੀਂ ਸਮਝੋ ਕਿ ਇਹ ਜਿਹੜਾ ਇਸ ਵਕਤ ਤੁਸੀਂ ਜਦੋਂ ਤੁਹਾਡੇ ਕੋਲ ਪ੍ਰਪੋਜ਼ਲ ਆਇਆ, ਸਭ ਤੋਂ ਪਹਿਲਾ ਖਿਆਲ ਕੀ ਸੀਗਾ ਕਿ ਤੁਸੀਂ ਕਿਉਂ ਸੋਚੇ ਕਿ ਨਹੀਂ ਮੈਂ ਕਰਨਾ ਚਾਹੁੰਦਾ? ਕਿਉਂਕਿ ਮੇਰੇ ਘਰ ਹੀ ਮੇਰੀ ਵਾਈਫ ਨੂੰ ਫੋਨ ਆ ਗਿਆ, ਤੁਹਾਡੀ 25 ਲੱਖ ਦੀ ਲਾਟਰੀ ਨਿਕਲੀ। ਉਹ ਮੇਰੇ ਨਾਲ ਲੜ ਪਏ, ਕਹਿੰਦੇ ਸਾਰੇ ਫਰਾਡ ਥੋੜਾ ਹੁੰਦੇ ਨੇ। ਉਹ ਮੈਨੂੰ ਉਹਨਾਂ ਨੇ ਅੱਧਾ ਘੰਟਾ ਮਨਾਇਆ, ਕੋਸ਼ਿਸ਼ ਕੀਤੀ ਵੀ ਇੱਕ ਵਾਰੀ ਚੈੱਕ ਤਾਂ ਕਰੋ। ਮੈਂ ਕਿਹਾ ਕਿਹੜੀ ਚੀਜ਼ ਦਾ 25 ਲੱਖ ਨਿਕਲਿਆ ਤੁਹਾਡਾ? ਕਹਿੰਦੇ ਉਹ ਮੈਨੂੰ ਕਹਿੰਦੇ ਤੁਸੀਂ ਮਾਲ 'ਚ ਸ਼ਾਪਿੰਗ ਕੀਤੀ ਸੀ। ਤੇ ਮੈਂ ਕਿਹਾ ਦੇਖੋ, ਸਮਝੋ ਵੀ ਕੌਣ ਦੁਨੀਆ ਦਾ ਬੰਦਾ ਮਾਲ 'ਚ ਸ਼ਾਪਿੰਗ ਨਹੀਂ ਕਰਦਾ। ਕਹਿੰਦੇ ਅਸੀਂ ਰੈਂਡਮ ਤੁਹਾਡੇ ਕਾਰਡ ਤੋਂ ਤੁਹਾਡਾ ਨੰਬਰ ਲੈ ਕੇ, ਤੁਹਾਡੀ ID ਲੈ ਕੇ ਅਸੀਂ ਪਾ ਦਿੰਦੇ ਹਾਂ, ਤੁਹਾਡੀ ਲਾਟਰੀ ਨਿਕਲ ਆਈ ਹੈ। ਉਹ ਮੈਨੂੰ ਅੱਧਾ ਘੰਟਾ ਸਮਝਾਉਣ ਨੂੰ ਲੱਗ ਗਿਆ ਵੀ ਇਹ ਫਰਾਡ ਆ ਔਰ ਅੱਗਾ ਮੈਂ ਕਿਵੇਂ ਡੀਲ ਕੀਤਾ ਮੈਨੂੰ ਪਤਾ। ਖੈਰ ਚਲੋ, ਘਰੇਲੂ ਗੱਲ ਹੈ। ਨਹੀਂ, ਆ ਜਿਹੜੇ ਬੱਚੇ ਤੁਹਾਡੇ ਸਾਹਮਣੇ ਬੈਠੇ ਨੇ ਨਾ ਜੀ, ਇਹਨਾਂ 'ਚੋਂ ਬੱਚੇ ਸਾਰੇ ਸ਼ਹਿਰਾਂ ਦੇ ਨਹੀਂ ਹੋਣਗੇ। ਇਹਨਾਂ 'ਚ ਬਹੁਤ ਸਾਰੇ ਬੱਚੇ ਹੋਣਗੇ ਜਿਹੜੇ ਛੋਟੇ ਟਾਊਨਸ ਤੋਂ ਜਾਂ ਪਿੰਡਾਂ 'ਚੋਂ ਆ ਕੇ ਵੀ ਇੱਥੇ ਪੜ੍ਹ ਰਹੇ ਨੇ। ਤੇ ਇਹ ਤਾਂ ਪਿੰਡਾਂ 'ਚ ਚਲਾ ਗਿਆ। ਮੈਂ ਜਿੱਦਾਂ ਮੰਚ ਤੋਂ ਕਹਿ ਰਹੇ ਸੀ, ਸੀਡਿੰਗ ਹੋ ਰਹੀ ਹੈ। ਇੱਕ ਪਿੰਡ 'ਚ ਇੱਕ ਵੀ ਬੀਜ ਬੀਜਿਆ ਗਿਆ ਤਾਂ ਆਪਣੇ ਨਾਲ ਦੇ 10 ਬੱਚਿਆਂ ਨੂੰ ਅਵੇਅਰ ਕਰੇਗਾ, ਆਪਣੇ ਰਿਸ਼ਤੇਦਾਰੀ 'ਚ ਆਪਣੇ ਲੋਕਾਂ ਨੂੰ ਦੱਸੇਗਾ। ਸੋ ਦਿਸ ਇਜ਼ ਦਾ ਰਾਈਟ ਵੇ, ਦੇ ਹੈਵ ਅਡਾਪਟਡ ਆਲਰੇਡੀ ਦਾ ਰਾਈਟ ਵੇ। ਕਿਉਂਕਿ ਸਾਹਿਬ ਅੱਜ ਦੀ ਡੇਟ ਵਿੱਚ ਜਿਹੜਾ ਯੂਥ ਹੈ, ਕਹਿੰਦੇ ਨਾ ਕਿ ਮੋਬਾਈਲ ਦੀ ਜ਼ਿੰਦਗੀ ਦੇ ਵਿੱਚ ਜੀ ਰਿਹਾ, ਉਹ ਪੜ੍ਹਾਈ ਵਾਲੀ ਜ਼ਿੰਦਗੀ ਨੂੰ ਇੰਨਾ ਧਿਆਨ ਨਹੀਂ ਦੇ ਰਿਹਾ, ਪਰ ਮੋਬਾਈਲ ਦੀ ਜ਼ਿੰਦਗੀ 'ਚੋਂ ਸਿੱਖ ਕੇ ਸਾਈਬਰ ਕ੍ਰਾਈਮ ਵੱਲੋਂ ਜ਼ਿਆਦਾ ਵੱਧ ਰਿਹਾ। ਤੁਹਾਡੇ ਹਿਸਾਬ ਨਾਲ ਅਜਿਹੀ ਮਾਪਿਆਂ ਦੀ ਕੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਕਿ ਉਹ ਆਪਦੇ ਬੱਚਿਆਂ ਨੂੰ ਜਿਹੜਾ ਹੈ ਕੰਟਰੋਲ ਕਰਨ, ਤਾਂ ਕਿ ਅਜਿਹੀ ਜਿਹੜੀ ਸਾਈਬਰ ਕ੍ਰਾਈਮ ਦੀ ਦੁਨੀਆ ਵਧੀ ਜਾ ਰਹੀ ਹੈ ਉਸ ਤੇ ਨਕੇਲ ਪਏ? ਦੇਖੋ, ਸਭ ਤੋਂ ਪਹਿਲਾਂ ਤਾਂ ਇਹ ਲਫ਼ਜ਼ ਹੀ ਖਰਾਬ ਹੈ, ਬੱਚਿਆਂ ਤੇ ਕੰਟਰੋਲ ਕਰਨ। ਕੰਟਰੋਲ ਨਾਂ ਦਾ ਕੋਈ ਸ਼ਬਦ ਨਹੀਂ ਹੁੰਦਾ, ਐਜੂਕੇਟ ਕਰਨ। ਕੰਟਰੋਲ ਤੁਸੀਂ ਇੱਕ ਲੈਵਲ ਤੋਂ ਬਾਅਦ ਬੱਚੇ ਤੇ ਕਿਵੇਂ ਕਰ ਸਕਦੇ ਹੋ? ਘਰਾਂ 'ਚ ਲੜਾਈ ਪਾਣੀ ਹੈ, ਬੱਚਾ ਘਰੋਂ ਭਜਾਉਣਾ ਤੁਸੀਂ, ਜਾਂ ਬੱਚਾ ਆਪਣੇ ਤੋਂ ਬਾਗੀ ਕਰਨਾ? ਐਜੂਕੇਸ਼ਨ ਇਜ਼ ਦਾ ਰਾਈਟ ਵੇ। ਜਿਹੜਾ ਹੁਣ ਦੇਖੋ, ਸਿੰਪਲ ਗੱਲ ਆ, ਅਸੀਂ ਬੱਚੇ ਵੀ ਨਹੀਂ ਕਹਿ ਸਕਦੇ ਤੇਰੇ ਕੋਲ ਮੋਬਾਈਲ ਕਿਉਂ ਹੈ। ਕਿੰਨੇ ਸਕੂਲ ਕਾਲਜਿਸ ਐਸੇ ਨੇ ਜਿਹੜੇ ਤੁਹਾਨੂੰ ਕੱਲ ਦਾ ਸਾਰਾ ਸ਼ਡਿਊਲ ਮੋਬਾਈਲ ਤੇ ਭੇਜਦੇ ਨੇ। ਆਨਲਾਈਨ ਸਟੱਡੀਜ਼ ਤਾਂ ਚਲੋ ਹੈ ਹੀ ਹੈ ਨੇ, ਤੁਹਾਡੇ ਕੱਲ ਕਿਹੜੀ ਕਲਾਸ ਲੱਗਣੀ, ਕਿੱਥੇ ਲੱਗਣੀ ਹੈ, ਸਾਰਾ ਸ਼ਡਿਊਲ ਤੁਹਾਨੂੰ ਮੋਬਾਈਲ ਤੇ ਆਉਂਦਾ ਹੈ। ਕਿੰਨੇ ਟੀਚਰਸ ਨੇ ਜਿਹੜੇ ਕਹਿੰਦੇ ਤੁਹਾਨੂੰ ਲੈਕਚਰ ਅੱਜ ਸ਼ਾਮੀ ਅਪਲੋਡ ਵੀ ਕਰ ਦਿਆਂਗੇ, ਤੁਸੀਂ ਦੁਬਾਰਾ ਨੈੱਟ ਤੇ ਵੀ ਦੇਖ ਸਕਦੇ ਹੋ। ਇਹ ਤੁਹਾਡੀ ਜ਼ਿੰਦਗੀ ਦਾ ਪਾਰਟ ਐਂਡ ਪਾਰਸਲ ਬਣ ਗਿਆ। ਇਹਦੇ ਨਾਲੋਂ ਬੱਚੇ ਨੂੰ ਤੋੜ ਨਹੀਂ ਸਕਦੇ। ਕੰਟਰੋਲ ਕਰੋਗੇ, ਚੋਰੀ ਕਰੇਗਾ। ਜਿੱਦਾਂ ਸਰ ਦੱਸ ਰਹੇ ਸੀ, ਬਾਥਰੂਮ 'ਚ ਲੈ ਜਾਏਗਾ, ਕੁੰਡੀ ਲਾ ਕੇ ਅੰਦਰ ਪੌਣਾ ਘੰਟਾ ਲੱਗਾ ਰਹੇਗਾ। ਤੁਸੀਂ ਕਹੋਗੇ ਖਰੇ ਲੂਜ਼ ਮੋਸ਼ਨ ਲੱਗੇ, 4-4 ਵਾਰੀ ਜਾਂਦਾ ਹੈ ਨਾ, ਇਹ ਬੜਾ ਜਾਂਦਾ ਵਾਸ਼ਰੂਮ। ਹੁਣ ਉਹਨੇ ਵਿਚਾਰੇ ਨੇ ਅੰਦਰ ਜਾ ਕੇ ਮੋਬਾਈਲ ਚਲਾਉਣਾ, ਜਿਹੜਾ ਬਾਹਰ ਚਲਾਉਣ ਨਹੀਂ ਦਿੰਦੇ। ਤੁਸੀਂ ਉਹਨੂੰ ਕੰਟਰੋਲ ਨਾ ਕਰੋ, ਐਜੂਕੇਟ ਕਰੋ ਕਿ ਰਾਈਟ ਐਂਡ ਰੋਂਗ ਜੇ ਬੱਚੇ ਨੂੰ ਸਮਝਾ ਦਿਆਂਗੇ ਨਾ, ਬੱਚਾ ਤੁਹਾਡਾ ਹੀ ਹੈ, ਤੁਹਾਡੀ ਗੱਲ ਜ਼ਰੂਰ ਸਮਝੇਗਾ। ਸਾਡੇ ਕੋਲ ਟਾਈਮ ਨਹੀਂ ਹੈ,
ਸਾਨੂੰ ਪਤਾ ਨਹੀਂ ਕਿ ਬੱਚੇ ਨੂੰ ਐਜੂਕੇਟ ਕਿੱਦਾਂ ਕਰਨਾ। ਅਸੀਂ ਸਿਰਫ ਬੱਚੇ ਨਾਲ ਜਾਂ ਲੜਦੇ ਹਾਂ ਜਾਂ ਉਹਨੂੰ ਗਾਲਾਂ ਕੱਢਦੇ ਹਾਂ, ਫਿਟਕਾਰਾਂ ਪਾਉਂਦੇ ਹਾਂ, ਅਸੀਂ ਬੱਚੇ ਨਾਲ ਗਲਤ ਕਰਦੇ ਹਾਂ, ਉੱਥੇ ਬੱਚਾ ਸਾਡੇ ਤੋਂ ਦੂਰ ਹੋ ਜਾਂਦਾ ਹੈ। ਕਿਉਂਕਿ ਸਭ ਇੱਕ ਸਵਾਲ ਹੈਗਾ, ਜਸਪਾਲ ਭੱਟੀ ਸਰ ਹਮੇਸ਼ਾ ਹੀ ਅਜਿਹੇ ਮੁੱਦਿਆਂ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਦੇ ਰਹਿੰਦੇ ਸੀ। ਹੁਣ ਉਹਨਾਂ ਦੇ ਜਾਣ ਤੋਂ ਬਾਅਦ ਮੈਨੂੰ ਲੱਗਦਾ ਇਹ ਘਾਟ ਲੰਬੀ ਪੈ ਗਈ ਹੈ, ਕੋਈ ਕਰ ਨਹੀਂ ਰਿਹਾ। ਬਿਲਕੁਲ ਜੀ, ਦੇਖੋ ਇੱਕ ਲੈਗੇਸੀ ਹੁੰਦੀ ਹੈ ਜਿਹੜੀ ਕੋਈ ਬੰਦਾ ਅੱਗੇ ਕੈਰੀ ਫਾਰਵਰਡ ਕਰ ਸਕਦਾ ਹੈ, ਪਰ ਕੁਝ ਯੂਨੀਕ ਟੈਲੈਂਟ ਹੁੰਦਾ ਜਿਹਨੂੰ ਦੁਬਾਰਾ ਫੋਲੋ ਕਰਨਾ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਜਿਹੜੇ ਜਸਪਾਲ ਭੱਟੀ ਸਾਹਿਬ ਸੀਗੇ ਉਹ ਯੂਨੀਕ ਟੈਲੈਂਟ ਸੀਗੇ। ਜੇ ਅਸੀਂ ਕਹੀਏ ਕਿ ਉਹਨਾਂ ਨੂੰ ਅਸੀਂ ਕਾਪੀ ਕਰਕੇ ਉਹ ਬਣ ਜਾਾਂਗੇ, ਉਹ ਨਹੀਂ ਬਣ ਸਕਦੇ। ਉਹਨਾਂ ਨੇ ਨਵਾਂ ਇੱਕ ਰਿਵਰਸ ਹਿਊਮਰ ਸ਼ੁਰੂ ਕੀਤਾ ਸੀ। ਅਸੀਂ ਤਾਂ ਹੁੰਦੇ ਨਾ ਕਿਸੇ ਚੀਜ਼ ਤੇ ਕਟਾਕਸ਼ ਕਰਨਾ ਕਿ ਇਹ ਚੀਜ਼ ਰੋਂਗ ਹੈ, ਗਲਤ ਹੈ, ਉਹ ਖੁਦ ਉਹ ਬਣ ਜਾਂਦੇ ਹੁੰਦੇ ਸੀ, ਹਨਾ। ਜਿੱਦਾਂ ਉਹਨਾਂ ਨੇ ਛੋਟੇ ਛੋਟੇ ਮੁੱਦੇ ਚੱਕ ਲੈਣੇ ਕਿ ਇੱਕ ਉਹਨਾਂ ਨੇ ਬਣਾ ਲਿਆ ਕਿ ਮੈਂ ਜੱਜ ਉਹ ਹੁੰਦੇ ਤਾਂ ਉਹ ਮੋਬਾਈਲ ਫਰਾਡ ਕੰਪਨੀ ਖੋਲ ਕੇ ਬੈਠੇ ਹੁੰਦੇ ਜਸਪਾਲ ਭੱਟੀ ਸਾਹਿਬ, ਹਨਾ ਵੀ ਹਰ ਤਰ੍ਹਾਂ ਦੇ ਅਸੀਂ ਬੱਚਿਆਂ ਨੂੰ ਕ੍ਰਾਈਮ ਸਿਖਾਉਂਦੇ ਆ, ਬੱਚਿਆਂ ਨੂੰ ਫਰਾਡ ਕਰਨੇ ਸਿਖਾਉਂਦੇ ਆ। ਬੱਚੇ ਕਿਵੇਂ ਫਰਾਡ ਕਰੀਦਾ, ਫਾਦਰ ਨਾਲ ਫਰਾਡ ਕਰਨਾ ਤਾਂ ਉਹਦੇ ਇੰਨੇ ਪੈਸੇ, ਟੀਚਰ ਨਾਲ ਕਰਨਾ ਤਾਂ ਉਹਦੇ ਇੰਨੇ ਪੈਸੇ। ਉਹ ਰਿਵਰਸ ਹਿਊਮਰ ਦੇ ਨਾਲ ਤੁਹਾਨੂੰ ਸਮਝਾਉਂਦੇ ਸੀ, ਬੱਚਾ ਵੀ ਸਮਝਦਾ ਸੀ, ਪੇਰੈਂਟਸ ਵੀ ਸਮਝਦੇ ਸੀ। ਸੋ ਭੱਟੀ ਸਾਹਿਬ ਦਾ ਤਾਂ ਮੁਕਾਬਲਾ ਨਹੀਂ ਹੈ, ਨਾ ਕੋਈ ਉੱਦਾਂ ਦਾ ਹੋ ਸਕਦਾ ਜੀ। ਪਰ ਅਸੀਂ ਕੋਸ਼ਿਸ਼ ਕਰਾਂਗੇ ਉੱਦਾਂ ਦਾ ਕੁਝ ਕਰ ਸਕੀਏ। ਤੁਹਾਡੀ ਐਡਵਾਈਸ ਧਿਆਨ 'ਚ ਰੱਖਦੇ ਹਾਂ। ਲੱਗਦਾ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀ ਫਿਲਮ ਕੋਈ ਅਜਿਹੀ ਆਊਗੀ ਜਿਹੜੀ ਖਾਸ ਕਰਕੇ ਜੇ ਗੁਰਪ੍ਰੀਤ ਸਿੰਘ ਘੁੱਗੀ ਸਟਾਰ ਕਰਦੇ ਹੋਣਗੇ ਤੇ ਇਸ ਅਜਿਹੇ ਕ੍ਰਾਈਮਸ ਤੇ ਰੋਕ ਲਗਾਉਣ ਲਈ ਕੁਝ ਮੈਸੇਜ ਹੋਊਗਾ? ਨਹੀਂ, ਹੁਣ ਤੁਸੀਂ ਕਹਿ ਦਿੱਤਾ ਜੀ, ਹੁਣ ਜ਼ਰੂਰ ਇਹਦੇ ਤੇ ਕੰਮ ਕਰਾਂਗੇ। ਔਰ ਹੁਣ ਤਾਂ ਸਾਨੂੰ ਹੈਲਪ ਬੜੀ ਹੋ ਜਾਣੀ ਹੈ ਨਾ ਜੀ, ਸਾਨੂੰ ਡਾਟਾ ਬੜਾ ਮਿਲ ਸਕਦਾ ਹੈ, ਹੁਣ ਤਾਂ ਨਾਲ ਜੁੜੇ ਹੋਏ ਆ ਨਾ ਚੰਡੀਗੜ੍ਹ ਪੁਲਿਸ ਦੇ, ਤਾਂ ਉਹਨਾਂ ਕੋਲੋਂ ਸਾਨੂੰ ਡਾਟਾਬੇਸ ਇੰਨਾ ਇਹਨਾਂ ਕੋਲ ਪਿਆ ਕਿ ਸਾਨੂੰ ਗਾਈਡ ਕਰ ਸਕਦੇ ਹਾਂ ਸਕ੍ਰਿਪਟ 'ਚ ਕਿਹੜੀਆਂ ਚੀਜ਼ਾਂ ਇਨਕਲੂਡ ਹੋਣੀਆਂ ਚਾਹੀਦੀਆਂ ਔਰ ਕਿਹੜੀਆਂ ਚੀਜ਼ਾਂ ਤੇ ਅਵੇਕਨਿੰਗ ਹੋਣੀ ਚਾਹੀਦੀ ਹੈ। ਠੀਕ ਹੈ ਸਰ। ਡੀਜੀਪੀ ਸਾਹਿਬ ਸਰ ਇੱਕ ਸਵਾਲ ਹੈਗਾ, ਤੀਸਰਾ ਬੈਚ ਹੈਗਾ 6 ਮਹੀਨੇ ਦੇ ਵਿਚਕਾਰ ਇਹ ਤਿਆਰ ਕਰੇ। ਸਰ ਕਹਿ ਰਹੇ ਸੀਡਿੰਗ ਹੋ ਰਹੀ ਹੈ, ਤੇ ਇਹ ਸੀਡਿੰਗ ਤੁਹਾਨੂੰ ਕੱਲ ਲੱਗਦਾ ਕਿੰਨੀ ਕੁ ਸਮਰਥ ਰੱਖੇਗੀ ਤਾਂ ਜੋ ਆਪਾਂ ਕਹੀਏ तगड़ा चंडीगढ़ या पंजाब या हरियाणा हो सके? देखिए जी, हमने अपनी कैपेसिटी बढ़ाई है। आपने देखा पहले बैच में हमने 350 बच्चे लिए थे जी, उसके बाद फिर वो बच्चे हमारे 400 को क्रॉस कर गए। आज हमारे पास 1000 एप्लीकेशन पेंडिंग थी, उसमें हमने 500 ली। हमारी कैपेसिटी 500 की थी ट्रेन करने की, तो हम इसको कैपेसिटी को धीरे धीरे बढ़ा भी रहे हैं, अपनी कैपेसिटी भी बढ़ रही है। और अब ये नंबर चूँकि आपने देखा धीरे धीरे बढ़ता हुआ जा रहा है, तो अब और भी हमारे साथ इंडस्ट्री जुड़ने को तैयार हैं, कॉलेजेस जुड़ रहे हैं। ऑब्वियसली नंबर बढ़ाने की ज़रूरत है। और जैसा आपने देखा आज सबने आकर के एक प्लेटफॉर्म पे आपको ये बताने की कोशिश की कि हम सब इस लड़ाई में साथ हैं। आरबीआई से थे रिप्रेजेंटेटिव, कॉलेजेस के रिप्रेजेंटेटिव थे, यूनिवर्सिटीज़ के रिप्रेजेंटेटिव थे, प्राइवेट कॉलेजेस, प्राइवेट यूनिवर्सिटीज़ से भी लोग आए। तो ये एक मैसेज है सोसाइटी के लिए कि आज का, जैसे घुगी साहब ने कहा, इट्स द नीड ऑफ द आवर। हमको साइबर अवेयरनेस बढ़ाना है, साइबर हाइजीन के प्रति लोगों को सचेत करना है, और समाज में अनलेस एंड अनटिल अवेयरनेस इसके बारे में पैदा की जाए, आप इस लड़ाई को लड़ नहीं सकते। ये सिर्फ पुलिस की लड़ाई नहीं है, ये सिर्फ सरकार की लड़ाई नहीं है, ये लोगों की लड़ाई है। और इसी तरीके से ये संदेश लोगों तक जाना भी चाहिए कि जब तक सब लोग इसके प्रति अवेयर नहीं होंगे तब तक इस क्राइम को प्रिवेंट करना बहुत मुश्किल है। रंजन साहब, सब तो ज़्यादा कॉल जी क्योंकि इसलिए हेल्पलाइन भी बन चुकी हुई है, इसका कोई डेटा भी मेनटेन किया जा रहा है कि सब तो ज़्यादा कॉल्स किस क्राइम दी आ रही है? हम लोग हर कैटेगरी ऑफ क्राइम के बारे में डिटेल्स रखते हैं, और हमारी जो हेल्पलाइन है, जैसा आपको बताया, उस हेल्पलाइन पे साइबर के एक हम लोग एक स्टडी करते हैं उस हेल्पलाइन के डेटा के बेसिस पे कि किस तरह के क्राइम के बारे में रिपोर्टिंग ज़्यादा हो रही है जी, और उसके हिसाब से फिर हमने अपनी उसी तरह से रिसोर्सेज को भी एलोकेट किया है। तो आपने देखा होगा रिसेंट टाइम्स में हमने साइबर क्रिमिनल्स, बहुत बड़े बड़े क्रिमिनल्स पकड़े। अब चंडीगढ़ पुलिस की अगर आप फॉलो कर रहे होंगे, न्यूज़ भी आप देख रहे होंगे, तो हमने यहाँ से लेके चाइनीज़ लोन ऐप तक, जिसमें कि हज़ारों करोड़ का घोटाला था। एक केस है घुगी साहब हमारे यहाँ पे, जिसमें कि हमने 400 से 500 करोड़ रुपए की हमने वो निकाली, वो उसमें घोटाले को हमने डिस्कवर किया, और हमने चाइनीज़ को पकड़ा भी। आपने देखा होगा एक चाइनीज़ भी पकड़ा था। तो अब चंडीगढ़ पुलिस की भी सक्सेस आप देख रहे हैं दिन पर दिन बढ़ रही है, और इसमें मैं समझता हूँ हमारे साइबर सोल्जर जो हैं, जो आज आपके सामने आपने देखे, इनका एक बहुत बड़ा रोल होगा। मैं ऐसा विजुलाइज करता हूँ कि आने वाले समय में यही पुलिस का साथ दे करके, कंधे से कंधा मिला करके ये हमारी मदद करेंगे। और अभी से इन्होंने ये बीड़ा उठाया है, आगे आने वाले टाइम में इनसे बहुत उम्मीद है देश को। लगता है कि कोई अजि फायरवॉल भी तैयार की जाएगी आने वाले समय में चंडीगढ़ पुलिस वालों, ताकि अजि साइबर क्राइम, क्योंकि एम्स का जिक्र किया। मैंने बताया आपको कि साइबर सिक्योरिटी पे चंडीगढ़ पुलिस ने एक सेनकॉप नामक एक संस्था का, आपने पीछे देखा भी था, हमारे डिफेंस मिनिस्टर साहब ने उसकी फाउंडेशन स्टोन ले की जी। वो साइबर सेनकॉप जो है हमारा सेंटर फॉर साइबर सिक्योरिटी एंड ऑपरेशन, सेनकॉप के नाम से बना रहे हैं हम, जो कि नॉर्दर्न इंडिया का अकेला एक इस तरह का सेंटर होगा। चंडीगढ़ पुलिस ने इसकी शुरुआत की है, लेकिन हमने सभी स्टेट्स को इसमें स्टेक होल्डर बनाया है।
हमें गृह मंत्रालय की इसमें बहुत सपोर्ट मिल रही है और हम उम्मीद करते हैं कि ये जो सेंटर हमारे यहाँ जल्दी इस्टेब्लिश होने वाला है, अक्टूबर तक में हम इसकी उम्मीद कर रहे हैं कि पूरा हो जाएगा। उसके बाद हमें साइबर क्राइम के विषय में और जानकारी मिलेगी, डेटा एनालिटिक्स के विषय में और जानकारी मिलेगी, डार्क नेट्स के विषय में हमें और जानकारी मिलेगी और हमारी जो साइबर डिटेक्शन है वो और इम्प्रूव करेगी। ठीक है सर, थैंक यू।